सत श्री अकाल दोस्तों, क्लिक स्टार्ट ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪਿਛਲੀ ਵੀਡੀਓ ਵਿੱਚ ਆਪਾਂ ਡਿਸਕਸ ਕਰਿਆ ਸੀ ਕਿ ਇੰਡੀਪੈਂਡੈਂਸ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਕੀ ਇੰਪੋਰਟੈਂਟ ਇਵੈਂਟ ਹੋਏ ਤੇ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਜਦੋਂ ਇੰਡੀਆ ਇੰਡੀਪੈਂਡੈਂਟ ਹੋ ਗਿਆ, ਜਦੋਂ ਇੰਡੀਆ ਨੂੰ ਆਜ਼ਾਦੀ ਮਿਲ ਗਈ ਤਾਂ ਕਿਹੜੇ-ਕਿਹੜੇ ਇੰਪੋਰਟੈਂਟ ਇਵੈਂਟ ਸੀ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਵੀ ਕਿਹੜੇ-ਕਿਹੜੇ ਇੰਪੋਰਟੈਂਟ ਇਵੈਂਟ ਹੋਏ ਪੰਜਾਬ ਦੇ ਵਿੱਚ। ਇਹ ਆਪਣਾ ਪੰਜਾਬ ਜੀਕੇ ਸੀਰੀਜ਼ ਦਾ 13ਵਾਂ ਲੈਕਚਰ ਹੈ। ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਹੈ ਤਾਂ ਸਾਡੇ ਟੈਲੀਗ੍ਰਾਮ ਚੈਨਲ ਤੇ ਜਾ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਸਾਨੂੰ ਇੰਸਟਾਗ੍ਰਾਮ ਤੇ ਡਾਊਟ ਪੁੱਛ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ। ਜਦੋਂ ਪੰਜਾਬ ਆਜ਼ਾਦ ਹੋਇਆ ਤਾਂ ਪੰਜਾਬ ਨੂੰ ਡਿਵਾਈਡ ਕਰਨ ਲਈ ਪੰਜਾਬ ਬਾਉਂਡਰੀ ਕਮਿਸ਼ਨ ਬਣਾਇਆ ਗਿਆ ਸੀ ਇਨ 1947। ਹੁਣ ਇਹ ਸਟਾਰਟ ਕਿਵੇਂ ਹੋਇਆ, ਕਿਵੇਂ ਇੱਥੇ ਤੱਕ ਗੱਲ ਪਹੁੰਚੀ? ਤਾਂ ਜਦੋਂ 1945-46 ਦੇ ਵਿੱਚ ਇਲੈਕਸ਼ਨਸ ਹੋਈਆਂ ਸੀ, 1945-46 ਦੇ ਵਿੱਚ ਜਦੋਂ ਇਲੈਕਸ਼ਨਸ ਹੋਈਆਂ ਸੀ ਆਲ ਇੰਡੀਆ ਦੇ ਵਿੱਚ, ਤਾਂ ਜਿਹੜੇ ਜ਼ਿਆਦਾਤਰ ਮੁਸਲਿਮ ਵੋਟ ਸੀ, ਆਲਮੋਸਟ ਸਾਰੇ ਹੀ ਮੁਸਲਿਮ ਵੋਟ ਮੁਸਲਿਮ ਲੀਗ ਨੂੰ ਮਿਲ ਗਈ। ਮੁਸਲਿਮ ਲੀਗ ਨੂੰ ਸਾਰੀਆਂ ਹੀ ਵੋਟਾਂ ਪੈ ਗਈਆਂ ਜਿਹੜੀਆਂ ਮੁਸਲਿਮ ਲੋਕਾਂ ਦੀਆਂ ਸੀ। ਇਸ ਕਰਕੇ ਜਿਹੜੀ ਮੁਸਲਿਮ ਲੀਗ ਨੇ ਇੱਕ ਡਿਮਾਂਡ ਕੀਤੀ ਸੀ ਕਿ ਉਹਨਾਂ ਨੂੰ ਇੰਡੀਪੈਂਡੈਂਟ ਪਾਕਿਸਤਾਨ ਚਾਹੀਦਾ ਹੈ ਜਿਹਦੇ ਵਿੱਚ ਸਿਰਫ ਮੁਸਲਿਮਸ ਰਹਿਣਗੇ। ਇੱਕ ਮੁਸਲਿਮ ਮੈਜੋਰਿਟੀ ਏਰੀਆ ਚਾਹੀਦਾ ਪਾਕਿਸਤਾਨ, ਇੰਡੀਆ ਤੋਂ ਵੱਖਰਾ ਹੋਵੇ ਜਿਹੜਾ, ਅਤੇ ਉਹਦੇ ਵਿੱਚ 6 ਪ੍ਰੋਵਿੰਸਿਸ ਹੋਣ। ਉਹਨਾਂ ਨੇ 6 ਪ੍ਰੋਵਿੰਸਿਸ ਦੀ ਡਿਮਾਂਡ ਕਰੀ ਕਿ ਈਸਟ ਦੇ ਵਿੱਚ, ਇੰਡੀਆ ਦੇ ਈਸਟ ਦੇ ਵਿੱਚ ਬੰਗਾਲ ਅਤੇ ਅਸਾਮ, ਅਤੇ ਨੌਰਥ ਵੈਸਟ ਦੇ ਵਿੱਚ ਜੋ ਇੰਡੀਆ ਦਾ ਨੌਰਥ ਵੈਸਟ ਦਾ ਏਰੀਆ ਉਹਦੇ ਵਿੱਚ ਪੰਜਾਬ, ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ ਇਹਨੂੰ NWFP ਵੀ ਕਹਿੰਦੇ ਨੇ, ਦੈਨ ਸਿੰਧ ਅਤੇ ਬਲੋਚਿਸਤਾਨ। ਤਾਂ 6 ਪ੍ਰੋਵਿੰਸਿਸ ਉਹਨਾਂ ਡਿਮਾਂਡ ਕਰੀ। ਇੱਥੇ ਉਹਨਾਂ ਨੇ ਵੋਟਾਂ ਜਿੱਤੀਆਂ ਸੀਗੀਆਂ 1945-46 ਦੇ ਵਿੱਚ। ਇੱਥੇ ਕੰਸੀਡਰੇਬਲ ਮੁਸਲਿਮ ਮੈਜੋਰਿਟੀ ਲੋਕ ਰਹਿੰਦੇ ਸੀ ਤਾਂ ਉਹਨਾਂ ਨੇ ਇਹ 6 ਪ੍ਰੋਵਿੰਸਿਸ ਦੀ ਡਿਮਾਂਡ ਕਰੀ ਕਿ 6 ਪ੍ਰੋਵਿੰਸਿਸ ਦੇ ਦਿੱਤੀਆਂ ਜਾਣ ਨਵੇਂ ਪਾਕਿਸਤਾਨ ਨੂੰ ਬਣਾਉਣ ਵਾਸਤੇ। ਤਾਂ ਜਦੋਂ ਪੰਜਾਬ ਬਾਉਂਡਰੀ ਕਮਿਸ਼ਨ ਨੂੰ ਸੈਟਅਪ ਕਰਿਆ ਗਿਆ ਤਾਂ ਇਹਦੇ ਵਿੱਚ ਰੱਖਿਆ ਗਿਆ ਕਿ ਪੰਜਾਬ ਨੂੰ ਡਿਵਾਈਡ ਕਰਨਾ ਪੈਣਾ ਅਤੇ ਬੰਗਾਲ ਨੂੰ ਡਿਵਾਈਡ ਕਰਨਾ ਪੈਣਾ, ਕਿਉਂਕਿ ਜਿਹੜੇ ਪੰਜਾਬ ਅਤੇ ਬੰਗਾਲ ਦੇ ਏਰੀਏ ਸੀਗੇ, ਇਹ ਦੋ ਏਰੀਏ ਇਹੋ ਜਿਹੇ ਸੀ ਜਿੱਥੇ ਬਹੁਤ ਸਾਰੇ ਏਰੀਏ ਇਹੋ ਜਿਹੇ ਵੀ ਸੀ ਜਿੱਥੇ ਮੁਸਲਿਮ ਮੈਜੋਰਿਟੀ ਲੋਕ ਨਹੀਂ ਸੀ, ਜਿੱਥੇ ਹਿੰਦੂ ਅਤੇ ਸਿੱਖ ਵੀ ਰਹਿੰਦੇ ਸੀ। ਤਾਂ ਕਰਕੇ ਜਿਹੜਾ ਮਾਊਂਟ ਬੈਟਨ ਦਾ ਇੱਕ ਪਲਾਨ ਸੀ, ਜਿਹੜਾ 3rd ਜੂਨ ਪਲਾਨ ਬੋਲਿਆ ਜਾਂਦਾ ਜਿਸ ਨੂੰ, ਤਾਂ ਉਸ ਦੇ ਅੰਡਰ 2 ਬਾਉਂਡਰੀ ਕਮਿਸ਼ਨਸ ਬਣਾਏ ਗਏ। ਇੱਕ ਪੰਜਾਬ ਨੂੰ ਡਿਵਾਈਡ ਕਰਨ ਵਾਸਤੇ ਤਾਂ ਕਿ ਪੰਜਾਬ ਦੇ ਮੁਸਲਿਮ ਮੈਜੋਰਿਟੀ ਏਰੀਆਜ਼ ਅਤੇ ਨੋਨ ਮੁਸਲਿਮ ਮੈਜੋਰਿਟੀ ਏਰੀਆਜ਼ ਨੂੰ ਅੱਡ ਕਰਿਆ ਜਾਵੇ, ਅਤੇ ਦੂਸਰੇ ਬੰਗਾਲ। ਤਾਂ 2 ਹਾਈ ਲੈਵਲ ਕਮਿਸ਼ਨ ਬਣਾਏ ਗਏ। ਇੱਕ ਸੀ ਪੰਜਾਬ ਬਾਉਂਡਰੀ ਕਮਿਸ਼ਨ, ਦੂਸਰਾ ਸੀ ਬੰਗਾਲ ਬਾਉਂਡਰੀ ਕਮਿਸ਼ਨ, ਤਾਂ ਕਿ 2 ਨਵੀਆਂ ਸਟੇਟਸ ਬਣਾਈਆਂ ਜਾ ਸਕਣ। ਇਹ ਹੈ ਲਾਰਡ ਮਾਊਂਟ ਬੈਟਨ। ਤਾਂ ਜਿਹੜਾ ਇਹ ਕੰਮ ਸੀਗਾ ਇਹ ਐਨਕਲੇਵਸ ਬਣਾਉਣ ਦਾ, ਕਿ ਜਿਹੜੇ 2 ਏਰੀਆਜ਼ ਡਿਵਾਈਡ ਕਰਨੇ ਸੀ ਪੰਜਾਬ ਅਤੇ ਬੰਗਾਲ ਦੇ, ਤਾਂ ਇਹ ਕੰਮ ਦਿੱਤਾ ਗਿਆ ਸਰ ਸਾਇਰਿਲ ਰੈਡਕਲਿਫ ਨੂੰ। ਸਰ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੀ ਪੰਜਾਬ ਦੀ ਬਾਉਂਡਰੀ ਆ ਉਹਨੂੰ ਰੈਡਕਲਿਫ ਬਾਉਂਡਰੀ ਦੇ ਨਾਮ ਨਾਲ ਕਿਹਾ ਜਾਂਦਾ। ਈਵਨ ਜਿਹੜੀ ਬੰਗਾਲ ਦੀ ਬਾਉਂਡਰੀ ਹੈ ਜਿਹੜੀ ਬੰਗਲਾਦੇਸ਼ ਨਾਲ ਲੱਗਦੀ ਆ ਉਹ ਵੀ ਰੈਡਕਲਿਫ ਨੇ ਹੀ ਡਿਵਾਈਡ ਕੀਤੀ ਸੀ। ਤਾਂ ਜਿਹੜਾ ਡਿਵੀਜ਼ਨ ਦਾ ਕੰਮ ਸੀ ਦਿੱਤਾ ਗਿਆ ਸਰ ਸਾਇਰਿਲ ਰੈਡਕਲਿਫ ਨੂੰ, ਜਿਹੜੇ ਇੱਕ ਬ੍ਰਿਟਿਸ਼ ਜੂਰਿਸਟ ਸੀ। ਦੈਨ ਉਹਨਾਂ ਨੇ ਡਿਵਾਈਡ ਕਿਵੇਂ ਕੀਤੀ? ਜਿਹੜਾ ਪੰਜਾਬ ਬਾਉਂਡਰੀ ਕਮਿਸ਼ਨ ਸੀਗਾ ਉਹ ਸੈੱਟ ਕੀਤਾ ਗਿਆ ਔਨ 30th ਜੂਨ 1947, ਜਸਟ ਆਜ਼ਾਦੀ ਤੋਂ 2.5 ਮਹੀਨੇ ਪਹਿਲਾਂ, 1.5 ਮਹੀਨੇ ਪਹਿਲਾਂ ਹੀ ਉਹਨੂੰ ਸੈਟਅਪ ਕੀਤਾ ਗਿਆ। ਅਤੇ ਉਹਨਾਂ ਨੂੰ ਕਿਹਾ ਗਿਆ ਕਿ 15 ਅਗਸਤ ਤੋਂ ਪਹਿਲਾਂ ਉਹਨਾਂ ਨੇ ਰਿਪੋਰਟ ਦੇਣੀ ਹੈ ਕਿ ਪੰਜਾਬ ਅਤੇ ਬੰਗਾਲ ਨੂੰ ਕਿਵੇਂ ਡਿਵਾਈਡ ਕੀਤਾ ਜਾਵੇ। ਅਤੇ ਪੰਜਾਬ ਬਾਉਂਡਰੀ ਕਮਿਸ਼ਨ ਕੋਲ ਸਪੈਸੀਫਿਕਲੀ ਕੰਮ ਆਇਆ ਪੰਜਾਬ ਦਾ ਔਨ ਦੀ ਬੇਸਿਸ ਆਫ ਕੌਂਟੀਗਿਊਸ ਮੈਜੋਰਿਟੀ ਏਰੀਆਜ਼, ਕਿ ਉਹਨਾਂ ਨੇ ਐਵੇਂ ਦੇਖਣਾ ਡਿਵਾਈਡ ਕਰਦੇ ਹੋਏ ਕਿ ਜਿਹੜੇ ਮੁਸਲਿਮ ਮੈਜੋਰਿਟੀ ਏਰੀਆ ਨੇ ਉਹ ਪਾਕਿਸਤਾਨ 'ਚ ਚਲੇ ਜਾਣ ਅਤੇ ਜਿਹੜੇ ਨੋਨ ਮੁਸਲਿਮ ਮੈਜੋਰਿਟੀ ਏਰੀਆ ਨੇ ਉਹ ਭਾਰਤ ਦੇ ਵਿੱਚ ਰਹਿ ਜਾਣ। ਤਾਂ ਸਰ ਸਾਇਰਿਲ ਰੈਡਕਲਿਫ ਦੇ ਨਾਲ 4 ਪਰਸਨ ਹੋਰ ਸੀ, 4 ਮੈਂਬਰਸ ਹੋਰ ਸੀ ਪੰਜਾਬ ਬਾਉਂਡਰੀ ਕਮਿਸ਼ਨ ਦੇ। ਉਹਨਾਂ 'ਚੋਂ 2 ਨੂੰ ਨੋਮੀਨੇਟ ਕੀਤਾ ਸੀ ਮੁਸਲਿਮ ਲੀਗ ਨੇ ਅਤੇ 2 ਨੂੰ ਨੋਮੀਨੇਟ ਕਰਿਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਨੇ, ਜਿਹੜੀਆਂ ਉਸ ਟਾਈਮ ਦੀਆਂ 2 ਮੇਜਰ ਪਾਰਟੀ ਸੀ ਅਤੇ ਜਿਨ੍ਹਾਂ ਕੋਲ ਆਲਮੋਸਟ ਸਾਰੀ ਹੀ ਵੋਟ ਸੀ ਆਪਣੀ ਆਪਣੀ ਪਰਟੀਕੂਲਰ ਕਮਿਊਨਿਟੀ ਦੀ। ਤਾਂ ਜਿਹੜੀ ਮੁਸਲਿਮ ਲੀਗ ਸੀ ਉਹਨਾਂ ਨੇ 2 ਜਸਟਿਸਿਸ ਨੂੰ ਨੋਮੀਨੇਟ ਕਰਿਆ, ਜਸਟਿਸ ਦੀਨ ਮੁਹੰਮਦ ਅਤੇ ਜਸਟਿਸ ਮੁਹੰਮਦ ਮੁਨੀਰ। ਉਵੇਂ ਹੀ ਇੰਡੀਅਨ ਨੈਸ਼ਨਲ ਕਾਂਗਰਸ ਨੇ 2 ਜਸਟਿਸਿਸ ਨੂੰ ਨੋਮੀਨੇਟ ਕਰਿਆ, ਜਸਟਿਸ ਮੇਹਰ ਚੰਦ ਮਹਾਜਨ ਅਤੇ ਜਸਟਿਸ ਤੇਜਾ ਸਿੰਘ। ਤਾਂ ਯਾਦ ਰੱਖਣੇ ਨੇ, ਮੁਸਲਿਮ ਲੀਗ ਵੱਲੋਂ ਜਸਟਿਸ ਦੀਨ ਮੁਹੰਮਦ ਅਤੇ ਜਸਟਿਸ ਮੁਹੰਮਦ ਮੁਨੀਰ, ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਜਸਟਿਸ ਮੇਹਰ ਚੰਦ ਮਹਾਜਨ ਅਤੇ ਜਸਟਿਸ ਤੇਜਾ ਸਿੰਘ। ਤਾਂ ਟੋਟਲ 5 ਬੰਦਿਆਂ ਦਾ ਇਹ ਬਾਉਂਡਰੀ ਕਮਿਸ਼ਨ ਬਣਾਇਆ ਗਿਆ ਪੰਜਾਬ ਨੂੰ ਡਿਵਾਈਡ ਕਰਨ ਵਾਸਤੇ।
ਤਾਂ ਜਦੋਂ ਅਵਾਰਡ ਆਇਆ ਫਾਈਨਲੀ ਕਿ ਕਿਵੇਂ ਪੰਜਾਬ ਨੂੰ ਡਿਵਾਈਡ ਕਰਨਾ ਹੈ, ਤਾਂ ਇਹ 13 ਡਿਸਟ੍ਰਿਕਟਸ ਦੇ ਵਿੱਚ ਡਿਵਾਈਡ ਅਵਾਰਡ ਦਿੱਤਾ ਗਿਆ। ਅੰਡਰ ਦੀ ਅਵਾਰਡ 13 ਡਿਸਟ੍ਰਿਕਟਸ ਕੰਪਰਾਈਜ਼ਿੰਗ ਦੀ ਹੋਲ ਆਫ ਅੰਬਾਲਾ ਦੇ ਦਿੱਤਾ ਗਿਆ। ਜਲੰਧਰ ਡਿਵੀਜ਼ਨਸ, ਜਲੰਧਰ, ਅੰਮ੍ਰਿਤਸਰ ਅਤੇ 3 ਤਹਿਸੀਲਸ ਸੀਗੀਆਂ ਜਿਹੜੀਆਂ ਗੁਰਦਾਸਪੁਰ ਡਿਸਟ੍ਰਿਕਟ ਦੀਆਂ, ਪਠਾਨਕੋਟ, ਗੁਰਦਾਸਪੁਰ ਐਂਡ ਬਟਾਲਾ। ਅਤੇ ਉਸ ਤੋਂ ਇਲਾਵਾ ਲਾਹੌਰ ਡਿਸਟ੍ਰਿਕਟ ਦੀ ਕਸੂਰ ਤਹਿਸੀਲ ਵੀ ਭਾਰਤ ਦੇ ਵਿੱਚ ਨੂੰ ਦੇ ਦਿੱਤੀ ਗਈ। ਪਰ ਐਲੋਕੇਟਿਡ ਟੂ ਈਸਟ ਪੰਜਾਬ। ਤਾਂ ਪੰਜਾਬ ਨੂੰ 2 ਹਿੱਸਿਆਂ ਡਿਵਾਈਡ ਕਰਿਆ ਗਿਆ। ਇੱਕ ਸੀ ਈਸਟ ਪੰਜਾਬ ਜਿਹੜਾ ਇੰਡੀਆ ਕੋਲ ਹੈ, ਅਤੇ ਇੱਕ ਸੀ ਵੈਸਟ ਪੰਜਾਬ ਜਿਹੜਾ ਪਾਕਿਸਤਾਨ ਕੋਲ ਚਲਾ ਗਿਆ। ਤਾਂ ਉਸ ਟਾਈਮ 'ਤੇ ਈਸਟ ਪੰਜਾਬ ਬਣਾ ਕੇ ਉਹਨਾਂ ਨੂੰ 13 ਡਿਸਟ੍ਰਿਕਟ ਦਿੱਤੇ ਗਏ, ਜਿਹਦੇ ਵਿੱਚ ਅੰਬਾਲਾ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਬਟਾਲਾ ਅਤੇ ਕਸੂਰ ਤਹਿਸੀਲ। ਤਾਂ ਇਹ ਸਾਰੇ ਏਰੀਆਜ਼ ਆ ਗਏ ਪੰਜਾਬ ਕੋਲ। ਇਸ ਤੋਂ ਇਲਾਵਾ ਇਸ ਟਾਈਮ 'ਤੇ ਭਾਰਤ ਵਿੱਚ ਬਹੁਤ ਲਾਰਜ ਸਕੇਲ 'ਤੇ ਮਾਈਗ੍ਰੇਸ਼ਨ ਹੋਈ। ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਇੰਡੀਆ ਵੱਲ ਆਏ, ਸਪੈਸ਼ਲੀ ਹਿੰਦੂ ਅਤੇ ਸਿੱਖ ਆਏ ਉੱਥੋਂ ਦੀ। ਤਾਂ ਉਹਨਾਂ 'ਤੇ ਕੋਈ ਕੁਐਸਚਨ ਤਾਂ ਨਹੀਂ ਆ ਸਕਦਾ, ਪਰ ਜੇ ਤੁਸੀਂ ਸਟੋਰੀਜ਼ ਪੜ੍ਹਨੀਆਂ ਤਾਂ ਪੜ੍ਹ ਸਕਦੇ ਹੋ। ਅਤੇ ਇਵੈਂਟ ਇੰਪੋਰਟੈਂਟ ਨੇ, ਬਟ ਉਹਨਾਂ 'ਤੇ ਕੁਐਸਚਨਸ ਬਣਨ ਦਾ ਕੋਈ ਚਾਂਸ ਨਹੀਂ ਹੈ। ਕੁਐਸਚਨਸ ਬਣੂਗਾ ਪੰਜਾਬ ਬਾਉਂਡਰੀ ਕਮਿਸ਼ਨ 'ਤੇ, ਜਾਂ ਫਿਰ ਜਿਹੜਾ ਆਪਾਂ ਪੈਪਸੂ ਡਿਸਕਸ ਕਰਨ ਲੱਗੇ ਹਾਂ ਉਸ ਦੇ ਉੱਤੇ। ਹੁਣ ਗੱਲ ਕਰਦੇ ਹਾਂ ਆਪਾਂ ਪੈਪਸੂ ਦੀ। ਪੈਪਸੂ ਦੀ ਫੁੱਲ ਫਾਰਮ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ। ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ। ਤਾਂ ਪੈਪਸੂ ਬਣਾਇਆ ਗਿਆ, ਜਾਂ ਇਹਨੂੰ ਪੈਪਸੂ ਹੀ ਕਿਹਾ ਜਾਂਦਾ ਸੀ। ਇਹ ਬਣਾਇਆ ਗਿਆ 5 ਮਈ 1948 ਨੂੰ। ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪ੍ਰਿੰਸਲੀ ਸਟੇਟਸ ਸੀਗੀਆਂ, ਸਪੈਸ਼ਲੀ ਸਾਊਥ ਆਫ ਸਤਲੁਜ ਦਰਿਆ ਤੋਂ ਪਿੱਛੇ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰੂਲ ਨਹੀਂ ਸੀ। ਅਤੇ ਬਹੁਤ ਸਾਰੀਆਂ ਜਿਹੜੀਆਂ ਪ੍ਰਿੰਸਲੀ ਸਟੇਟਸ ਸੀਗੀਆਂ, ਇੱਥੇ ਇਹਨਾਂ ਨੂੰ ਇਕੱਠੇ ਕਰਕੇ ਨਵਾਂ ਇੱਕ ਯੂਨੀਅਨ ਬਣਾ ਦਿੱਤੀ ਗਈ, ਦੈਟ ਇਜ਼ ਪੈਪਸੂ। ਅਤੇ ਇਹਦੇ ਵਿੱਚ 8 ਈਸਟ ਪੰਜਾਬ ਦੀਆਂ ਪ੍ਰਿੰਸਲੀ ਸਟੇਟਸ ਸੀਗੀਆਂ। ਇਹ ਕਿਹੜੀਆਂ ਸੀ? ਪਟਿਆਲਾ, ਜੀਂਦ, ਨਾਭਾ, ਕਪੂਰਥਲਾ, ਫਰੀਦਕੋਟ, ਕਲਸੀਆ, ਮਲੇਰਕੋਟਲਾ ਅਤੇ ਨਾਲਾਗੜ੍ਹ। ਤਾਂ 8 ਪ੍ਰਿੰਸਲੀ ਸਟੇਟਸ ਨੂੰ ਇਕੱਠਾ ਕਰਕੇ ਇੱਕ ਯੂਨੀਅਨ ਬਣਾ ਦਿੱਤੀ ਪੈਪਸੂ। ਸਭ ਤੋਂ ਵੱਡੀ ਸੀ ਪਟਿਆਲਾ, ਫਿਰ ਜੀਂਦ, ਨਾਭਾ, ਕਪੂਰਥਲਾ, ਫਰੀਦਕੋਟ, ਕਲਸੀਆ, ਮਲੇਰਕੋਟਲਾ ਅਤੇ ਨਾਲਾਗੜ੍ਹ। ਅਤੇ ਇਹਨੂੰ ਇਨੋਗੂਰੇਟ ਕੀਤਾ 15 ਜੁਲਾਈ 1948 ਨੂੰ, ਕਿ ਇਹਨਾਂ ਦੀ ਫਾਈਨਲੀ ਜਦੋਂ ਬਣ ਗਈਆਂ, ਇਹ ਬਣੀਆਂ ਸੀ 15 ਜੁਲਾਈ 1948 ਨੂੰ ਬਾਏ ਸਰਦਾਰ ਵੱਲਭ ਭਾਈ ਪਟੇਲ। ਤਾਂ ਇਹ ਕੰਮ ਸੀ ਸਰਦਾਰ ਵੱਲਭ ਭਾਈ ਪਟੇਲ ਦਾ, ਜਿਹੜੇ ਉਸ ਟਾਈਮ 'ਤੇ ਡਿਪਟੀ ਪ੍ਰਾਈਮ ਮਿਨਿਸਟਰ ਸੀ ਇੰਡੀਆ ਦੇ। ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਸੀ ਅਤੇ ਡਿਪਟੀ ਪ੍ਰਾਈਮ ਮਿਨਿਸਟਰ ਸੀ ਉਸ ਟਾਈਮ ਸਰਦਾਰ ਵੱਲਭ ਭਾਈ ਪਟੇਲ। ਤਾਂ ਉਹਨਾਂ ਨੇ ਭਾਰਤ ਨੂੰ ਇੰਟੀਗ੍ਰੇਟ ਕਰਨ ਦਾ ਕੰਮ ਕੀਤਾ ਸੀ। ਤਾਂ ਉਸੇ ਤਰੀਕੇ ਨਾਲ ਉਹਨਾਂ ਨੇ 8 ਪ੍ਰਿੰਸਲੀ ਸਟੇਟਸ ਨੂੰ ਵੀ ਇੰਟੀਗ੍ਰੇਟ ਕਰਕੇ ਪੈਪਸੂ ਵਿੱਚ ਕਨਵਰਟ ਕਰ ਦਿੱਤਾ। ਦ ਗਵਰਨਮੈਂਟ ਆਫ ਦੀ ਯੂਨੀਅਨ ਸਟਾਰਟਿਡ ਫੰਕਸ਼ਨਿੰਗ ਔਨ 20 ਅਗਸਤ 1948। ਤਾਂ ਜਿਹੜੀ ਇਹ ਗੌਰਮੈਂਟ ਬਣਾਈ ਯੂਨੀਅਨ ਦੇ ਅੰਡਰ, ਇਹ 20 ਅਗਸਤ 1948 ਤੋਂ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਤੇ ਇਹਦਾ ਗਵਰਨਰ ਜਾਂ ਫਿਰ ਰਾਜ ਪ੍ਰਮੁੱਖ ਬਣਾਇਆ ਗਿਆ ਮਹਾਰਾਜ ਯਾਦਵਿੰਦਰ ਸਿੰਘ ਆਫ ਪਟਿਆਲਾ। ਤਾਂ ਜਿਹੜੇ ਮਹਾਰਾਜ ਯਾਦਵਿੰਦਰ ਸਿੰਘ ਸੀ ਪਟਿਆਲਾ ਦੇ, ਕਿਉਂਕਿ ਪਟਿਆਲਾ ਸਭ ਤੋਂ ਵੱਡੀ ਸਟੇਟ ਸੀ ਇਹਨਾਂ ਸਾਰੀਆਂ ਸਟੇਟਸ ਦੇ ਵਿੱਚ, ਤਾਂ ਉਸਨੂੰ ਗਵਰਨਰ ਬਣਾ ਦਿੱਤਾ ਗਿਆ ਪੈਪਸੂ ਸਟੇਟਸ ਦਾ। ਤਾਂ ਜਦੋਂ ਯੂਨੀਅਨ ਨੂੰ ਬਣਾਇਆ ਗਿਆ ਤਾਂ ਇਹਨੂੰ 8 ਡਿਸਟ੍ਰਿਕਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਦੈਟ ਇਜ਼ ਪਟਿਆਲਾ, ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਸੰਗਰੂਰ, ਕਪੂਰਥਲਾ, ਮਹਿੰਦਰਗੜ੍ਹ ਅਤੇ ਕੋਹਿਸਤਾਨ। ਤਾਂ ਇਹ 8 ਡਿਸਟ੍ਰਿਕਟ ਬਣਾਏ ਗਏ। ਮਹਾਰਾਜਾ ਜਗਜੀਤ ਸਿੰਘ ਸੀ ਜਿਹੜੇ ਕਪੂਰਥਲਾ ਦੇ ਰਾਜਾ ਸੀ, ਮਹਾਰਾਜਾ ਜਗਜੀਤ ਸਿੰਘ। ਉਹਨਾਂ ਨੂੰ ਉਪ ਰਾਜ ਪ੍ਰਮੁੱਖ ਬਣਾ ਦਿੱਤਾ ਗਿਆ, ਜਾਂ ਫਿਰ ਕਹਿ ਸਕਦੇ ਹਾਂ ਡਿਪਟੀ ਗਵਰਨਰ ਬਣਾ ਦਿੱਤਾ ਗਿਆ। ਅਤੇ ਇਸ ਤੋਂ ਇਲਾਵਾ ਜਿਹੜੀ ਪਟਿਆਲਾ ਸਿਟੀ ਸੀ ਉਹਨੂੰ ਪੈਪਸੂ ਸਟੇਟਸ ਦੀ ਕੈਪੀਟਲ ਬਣਾ ਦਿੱਤਾ ਗਿਆ, ਕਿਉਂਕਿ ਉਸ ਟਾਈਮ 'ਤੇ ਸਭ ਤੋਂ ਵੱਡੀ ਸਟੇਟ ਇਹਨਾਂ ਦੇ ਵਿੱਚ ਪਟਿਆਲਾ ਹੀ ਸੀ। ਤਾਂ ਇਹ ਐਂਬਲਮ ਹੈ ਪੈਪਸੂ ਯੂਨੀਅਨ ਦਾ। ਦੈਨ ਗੱਲ ਕਰੀਏ ਆਪਾਂ ਉਸ ਟਾਈਮ ਉੱਥੇ ਇਲੈਕਸ਼ਨਸ ਵੀ ਹੋਈਆਂ, ਤਾਂ ਕਿਹੜੀ ਪਾਰਟੀ ਜਿੱਤੀ? ਤਾਂ ਉੱਥੇ ਮੇਨ ਜਿਹੜੀਆਂ ਪਾਰਟੀਆਂ ਸੀ, ਮੇਜਰ ਕਲੇਮੈਂਟ ਸੀ ਜਿਹੜੀਆਂ ਪਾਰਟੀਜ਼ ਦੇ, ਉਹ ਸੀ ਇੱਕ ਤਾਂ ਪੰਜਾਬ ਰਿਆਸਤੀ ਪ੍ਰਜਾ ਮੰਡਲ, ਜਿਹਨੂੰ ਪੈਪਸੂ ਪ੍ਰਦੇਸ਼ ਕਾਂਗਰਸ ਵੀ ਕਿਹਾ ਜਾਣ ਲੱਗ ਪਿਆ। ਦੈਨ ਇੱਕ ਹੋਰ ਸੀ ਅਕਾਲੀ ਦਲ, ਅਤੇ ਥਰਡ ਸੀ ਲੋਕ ਸੇਵਕ ਸਭਾ। ਤਾਂ 3 ਮੇਜਰ ਪਾਰਟੀਆਂ ਸੀ ਪੈਪਸੂ ਦੇ ਵਿੱਚ। ਜਿਹੜੀ ਲੋਕ ਸੇਵਕ ਸਭਾ ਸੀ ਇਹ ਔਰਗਨਾਈਜ਼ ਕੀਤੀ ਗਈ ਸੀ ਬਾਏ ਕਰਨਲ ਰਘਬੀਰ ਸਿੰਘ। ਤਾਂ 3 ਪਾਰਟੀਜ਼ ਮੇਨ ਸੀ, ਤਾਂ ਉਹਨਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਸੀ ਪੰਜਾਬ ਰਿਆਸਤੀ ਪ੍ਰਜਾ ਮੰਡਲ। ਤਾਂ ਫਾਈਨਲੀ ਜਦੋਂ ਇਲੈਕਸ਼ਨਸ ਹੋਈਆਂ ਤਾਂ 13 ਜਨਵਰੀ 1949 ਨੂੰ ਉਹਦਾ ਇੱਕ ਚੀਫ ਮਿਨਿਸਟਰ ਬਣਾ ਦਿੱਤਾ ਗਿਆ ਪੈਪਸੂ ਦਾ। ਤਾਂ ਬਣਾਇਆ ਗਿਆ ਗਿਆਨ ਸਿੰਘ ਰਾੜੇਵਾਲਾ ਨੂੰ। ਗਿਆਨ ਸਿੰਘ ਰਾੜੇਵਾਲਾ ਨੂੰ ਚੀਫ ਮਿਨਿਸਟਰ ਬਣਾ ਦਿੱਤਾ ਗਿਆ। ਅਤੇ ਉਹਨਾਂ ਦੇ ਕੋਲੀਗ ਸੀਗੇ ਜਿਹੜੇ ਉਹਨਾਂ ਦੇ ਨਾਲ ਮਿਨਿਸਟਰ ਸੀ, ਉਹ ਸਾਰੇ ਕਿਤੋਂ ਸੀ, ਲੋਕ ਸੇਵਕ ਸਭਾ ਤੋਂ ਵੀ ਅਤੇ ਪ੍ਰਜਾ ਮੰਡਲ ਤੋਂ ਵੀ।
ਤਾਂ ਇਹ ਗਿਆਨ ਸਿੰਘ ਰਾੜੇਵਾਲਾ ਜਿਨ੍ਹਾਂ ਨੂੰ ਚੀਫ ਮਿਨਿਸਟਰ ਬਣਾਇਆ ਗਿਆ ਪੈਪਸੂ ਦੇ ਵਿੱਚ। ਦੈਨ ਨੈਕਸਟ ਚੱਲਦੇ ਆਪਾਂ ਪੰਜਾਬੀ ਸੂਬਾ ਮੂਵਮੈਂਟ 'ਤੇ ਕਿ ਪੰਜਾਬੀ ਸੂਬਾ ਮੂਵਮੈਂਟ ਕੀ ਹੈ। ਤਾਂ ਦੇਖੋ ਜਦੋਂ ਪੰਜਾਬ ਬਣਾਇਆ ਗਿਆ ਪੈਪਸੂ ਵੀ ਬਣਾ ਦਿੱਤਾ ਗਿਆ, ਪਰ ਇਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਸੀ, ਹਿੰਦੀ ਬੋਲਣ ਵਾਲੇ ਵੀ ਅਤੇ ਪੰਜਾਬੀ ਬੋਲਣ ਵਾਲੇ ਵੀ। ਤਾਂ ਇੱਕ ਕੰਟੀਨਿਊਸਲੀ ਇੱਕ ਸਟਰਗਲ ਰਿਹਾ ਕਿ ਇੱਕ ਆਪਾਂ ਨੂੰ ਇੰਡੀਪੈਂਡੈਂਟ ਸਟੇਟ ਚਾਹੀਦੀ ਹੈ ਜਿਹਦੀ ਫਸਟ ਲੈਂਗੁਏਜ ਪੰਜਾਬੀ ਹੋਵੇ। ਤਾਂ ਉਸੇ ਨੂੰ ਧਿਆਨ ਦੇ ਰੱਖਦੇ ਹੋਏ ਪੰਜਾਬੀ ਸੂਬਾ ਮੂਵਮੈਂਟ ਸਟਾਰਟ ਕੀਤੀ ਗਈ। ਤਾਂ ਪੰਜਾਬੀ ਸੂਬਾ ਮੂਵਮੈਂਟ ਕੀ ਹੈ? ਇਟ ਇਜ਼ ਅ ਲੌਂਗ ਡਰੋਨ ਪੋਲੀਟੀਕਲ ਐਜੀਟੇਸ਼ਨ launched by the Sikhs demanding the creation of ਪੰਜਾਬੀ ਸੂਬਾ ਔਰ ਪੰਜਾਬੀ ਸਪੀਕਿੰਗ ਸਟੇਟ ਇਨ ਦੀ ਪੰਜਾਬ। ਤਾਂ ਪੰਜਾਬੀ ਸਪੀਕਿੰਗ ਇੱਕ ਏਰੀਆ ਬਣਾਉਣਾ ਸੀ ਜਿਸ ਏਰੀਏ ਦੀ ਸਭ ਤੋਂ ਪਹਿਲੀ ਭਾਸ਼ਾ ਪੰਜਾਬੀ ਹੋਵੇ ਤਾਂ ਕਿ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕੀਤਾ ਜਾ ਸਕੇ। ਜਦ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਸਟੇਟਸ ਨੂੰ ਰੀਆਰਗਨਾਈਜੇਸ਼ਨ ਕਰਨ ਦਾ ਪ੍ਰੋਸੈਸ ਇੰਡੀਪੈਂਡੈਂਸ ਦੇ ਨਾਲ ਹੀ ਸਟਾਰਟ ਹੋ ਗਿਆ ਸੀ, ਪਰ ਇੱਕ ਮੇਜਰ ਕਮਿਸ਼ਨ ਬੈਠਿਆ ਸੀ, ਸਟੇਟਸ ਰੀਆਰਗਨਾਈਜੇਸ਼ਨ ਕਮਿਸ਼ਨ ਇਨ 1953। ਤਾਂ 1953 ਦੇ ਵਿੱਚ ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ ਨੂੰ ਬਿਠਾਇਆ ਗਿਆ ਅੰਡਰ ਅਬੁਲ ਫੈਜ਼ਲ। ਤਾਂ ਅਬੁਲ ਫੈਜ਼ਲ ਦੇ ਅੰਦਰ ਇਸ ਕਮਿਸ਼ਨ ਨੂੰ 1953 ਵਿੱਚ ਬਿਠਾਇਆ ਗਿਆ ਤਾਂ ਕਿ ਭਾਰਤ ਦੀ ਸਟੇਟਸ ਦੀ ਡਿਵੀਜ਼ਨ ਕੀਤੀ ਜਾ ਸਕੇ। ਹੁਣ ਤੱਕ ਤਾਂ ਭਾਰਤ ਇੱਕ ਰੈਂਡਮਲੀ ਡਿਵੀਜ਼ਨ ਸੀ, ਅੰਗਰੇਜ਼ਾਂ ਨੇ ਆਪਣੀ ਕਨਵੀਨੀਅੰਸ ਦੇ ਅਕੋਰਡਿੰਗ ਡਿਵਾਈਡ ਕੀਤਾ ਹੋਇਆ ਸੀ ਇੰਡੀਆ ਨੂੰ, ਪਰ ਹੁਣ ਉਹ ਚਾਹੁੰਦੇ ਸੀ ਇੱਕ ਆਰਗਨਾਈਜੇਸ਼ਨਲ ਵੇ ਨਾਲ ਭਾਰਤ ਨੂੰ ਡਿਵਾਈਡ ਕੀਤਾ ਜਾ ਸਕੇ। ਤਾਂ ਜਦੋਂ ਇਸ ਨੂੰ ਬਿਠਾਇਆ ਗਿਆ ਤਾਂ ਪੰਜਾਬ ਦੇ ਲੋਕਾਂ ਨੇ ਡਿਮਾਂਡ ਕਰੀ, ਸਿੱਖਾਂ ਨੇ ਡਿਮਾਂਡ ਕਰੀ ਕਿ ਇੰਡੀਪੈਂਡੈਂਟ ਪੰਜਾਬੀ ਲੈਂਗੁਏਜ ਬੋਲਣ ਵਾਲਾ ਇੱਕ ਸੂਬੇ ਨੂੰ ਕ੍ਰੀਏਟ ਕੀਤਾ ਜਾ ਸਕੇ। ਪਰ ਕਮਿਸ਼ਨ ਨੇ ਉਹਨਾਂ ਦੀ ਇਹ ਡਿਮਾਂਡ ਨਹੀਂ ਮੰਨੀ ਅਤੇ ਕਮਿਸ਼ਨ ਨੇ ਰਿਕਮੈਂਡ ਕੀ ਕੀਤਾ ਕਿ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਜਿਹੜਾ ਪੈਪਸੂ ਹੈ, ਉਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਹੈ, ਇਹਨਾਂ ਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਵੇ ਰਾਦਰ ਦੈਨ ਕਿ ਇੰਡੀਪੈਂਡੈਂਟ ਇੱਕ ਪੰਜਾਬ ਬਣਾਇਆ ਜਾਵੇ ਜਿਹਦੇ ਵਿੱਚ ਪੰਜਾਬੀ ਬੋਲਣ ਵਾਲੇ ਲੋਕ ਮੈਜੋਰਿਟੀ ਵਿੱਚ ਹੋਣ ਅਤੇ ਪੰਜਾਬੀ ਨੂੰ ਪਹਿਲੀ ਭਾਸ਼ਾ ਬਣਾਈ ਜਾ ਸਕੇ। ਤਾਂ ਜਿਹਦੇ ਨਾਲ ਸਿੱਖ ਭਾਈਚਾਰੇ ਦੇ ਵਿੱਚ ਅਤੇ ਪੰਜਾਬੀ ਸਪੀਕਿੰਗ ਲੋਕਾਂ ਦੇ ਵਿੱਚ ਬੜੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਵਧੀਆ ਫੀਲ ਨਹੀਂ ਹੋਇਆ, ਕਿ ਉਹਨਾਂ ਨੂੰ ਲੱਗਿਆ ਕਿ ਸਾਨੂੰ ਦੀ ਡਿਮਾਂਡ ਨੂੰ ਮੰਨਿਆ ਨਹੀਂ ਗਿਆ। ਤਾਂ ਉਹਨਾਂ ਨੇ ਇੱਕ ਮੂਵਮੈਂਟ ਸਟਾਰਟ ਕਰ ਦਿੱਤੀ ਜਿਹਨੂੰ ਪੰਜਾਬੀ ਸੂਬਾ ਮੂਵਮੈਂਟ ਕਹਿੰਦੇ ਨੇ। ਅਤੇ ਮੂਵਮੈਂਟ ਲਈ ਇਹਨਾਂ ਨੇ ਜਥੇਬੰਦੀਆਂ ਤਿਆਰ ਕੀਤੀਆਂ, ਪ੍ਰੋਟੈਸਟ ਔਰਗਨਾਈਜ਼ ਕਰਨੇ ਸਟਾਰਟ ਕੀਤੇ। ਤਾਂ ਜਦੋਂ ਇਹਨਾਂ ਨੇ ਪ੍ਰੋਟੈਸਟ ਕੀਤੇ ਤਾਂ ਸੈਂਟਰਲ ਗੌਰਮੈਂਟ 'ਚ ਜਵਾਹਰ ਲਾਲ ਨਹਿਰੂ ਦੀ ਜਿਹੜੀ ਗੌਰਮੈਂਟ ਸੀ ਉਹਨਾਂ ਨੇ ਇਹਨਾਂ ਦੀ ਰਿਕੁਐਸਟ ਸੁਣੀ ਅਤੇ ਪਹਿਲੀ ਮੀਟਿੰਗ ਅਰੇਂਜ ਕੀਤੀ ਗਈ 24 ਅਕਤੂਬਰ 1955 ਨੂੰ ਦਿੱਲੀ ਦੇ ਵਿੱਚ। ਤਾਂ 1955 ਦੇ ਵਿੱਚ ਦਿੱਲੀ ਦੇ ਵਿੱਚ ਪਹਿਲੀ ਮੀਟਿੰਗ ਹੋਈ ਜਦੋਂ ਸਿੱਖਾਂ ਨੂੰ ਜਾਂ ਫਿਰ ਪੰਜਾਬੀ ਬੋਲਣ ਵਾਲਿਆਂ ਨੂੰ ਮੌਕਾ ਦਿੱਤਾ ਗਿਆ ਕਿ ਆਪਾਂ ਡਿਸਕਸ ਕਰਦੇ ਹਾਂ ਕਿ ਪੰਜਾਬ ਦੀ ਕ੍ਰੀਏਸ਼ਨ ਕਿਵੇਂ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਪੰਜਾਬੀ ਪਹਿਲੀ ਭਾਸ਼ਾ ਹੋਵੇ। ਤਾਂ ਉਸ ਦੇ ਵਿੱਚ ਕਮੇਟੀ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਨਹਿਰੂ ਸੀ ਅਤੇ ਉਹਦੇ ਨਾਲ ਉਹਨਾਂ ਦੇ ਕੈਬਨਿਟ ਕੋਲੀਗਸ ਸੀ, ਕੈਬਨਿਟ ਮੈਂਬਰ ਸੀ ਮੌਲਾਨਾ ਅਬੁਲ ਕਲਾਮ ਆਜ਼ਾਦ ਅਤੇ ਪੰਡਿਤ ਗੋਵਿੰਦ ਬੱਲਭ ਪੰਤ। ਅਤੇ 2 ਪਰਸਨ ਉਹਨਾਂ ਦੇ ਨਾਲ ਸੀ ਜਿਹੜੇ ਸੀਨੀਅਰ ਕੈਬਨਿਟ ਮੈਂਬਰ ਸੀ। ਅਤੇ ਜੇ ਸਿੱਖਾਂ ਦੀ ਗੱਲ ਕਰੀ ਜਾਵੇ ਜਾਂ ਫਿਰ ਪੰਜਾਬੀ ਸਪੀਕਿੰਗ ਪੀਪਲ ਦੀ ਗੱਲ ਕਰੀ ਜਾਵੇ ਤਾਂ ਉੱਧਰੋਂ ਮਾਸਟਰ ਤਾਰਾ ਸਿੰਘ, ਭਾਈ ਜੋਧ ਸਿੰਘ, ਗਿਆਨੀ ਕਰਤਾਰ ਸਿੰਘ, ਸਰਦਾਰ ਹੁਕਮ ਸਿੰਘ ਅਤੇ ਸਰਦਾਰ ਗਿਆਨ ਸਿੰਘ ਰਾੜੇਵਾਲਾ। ਤਾਂ ਮੇਨ ਇਹ 5 ਇੰਪੋਰਟੈਂਟ ਪਰਸਨ ਸੀ ਅਤੇ ਜਿਨ੍ਹਾਂ ਨੇ ਉਸ ਮੀਟਿੰਗ ਦੇ ਵਿੱਚ ਜਾ ਕੇ ਦੱਸਿਆ ਕਿ ਪੰਜਾਬੀ ਬੋਲਣ ਵਾਲੀ ਸਟੇਟ ਦੀ ਕਿੰਨੀ ਜ਼ਰੂਰਤ ਹੈ ਜਿਹਦੀ ਪਹਿਲੀ ਭਾਸ਼ਾ ਪੰਜਾਬੀ ਹੋਵੇਗੀ। ਤਾਂ ਇਹ ਮਾਸਟਰ ਤਾਰਾ ਸਿੰਘ ਨੇ ਜਿਨ੍ਹਾਂ ਨੇ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ ਪੰਜਾਬ ਸਟੇਟ ਨੂੰ ਕ੍ਰੀਏਟ ਕਰਨ ਦੇ ਵਿੱਚ। ਤਾਂ ਫਿਰ ਫਾਈਨਲੀ ਉਹਨਾਂ ਦੀ ਡਿਮਾਂਡਸ 'ਤੇ ਕੰਮ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਨੈਕਸਟ ਪ੍ਰਾਈਮ ਮਿਨਿਸਟਰ ਜਿਵੇਂ ਇੰਦਰਾ ਗਾਂਧੀ ਆਈ, ਉਹਨਾਂ ਨੇ ਵੀ ਕੰਮ ਨਾਲ ਸਟਾਰਟ ਕਰਵਾਇਆ ਕਿ ਪੰਜਾਬ ਨੂੰ ਬਣਾਇਆ ਜਾ ਸਕੇ। ਤਾਂ ਫਾਈਨਲੀ ਜਿਹੜੀਆਂ ਸਿੱਖਾਂ ਦੀਆਂ ਡਿਮਾਂਡ ਸੀ ਉਹ ਅਸੈਪਟ ਕਰ ਲਈਆਂ ਗਈਆਂ ਅਤੇ ਇੱਕ ਰਿਪੋਰਟ ਬਣਾਈ ਗਈ ਜਿਹੜੀ 18 ਮਾਰਚ ਨੂੰ ਪਬਲਿਕ ਕਰ ਦਿੱਤੀ ਗਈ ਇਨ ਦੀ 1966 ਦੇ ਵਿੱਚ। ਅਤੇ ਕਮਿਸ਼ਨ ਨੇ ਅਸੈਪਟ ਕਰ ਲਿਆ ਕਿ ਪੰਜਾਬ ਅਤੇ ਹਰਿਆਣਾ ਨੂੰ ਅੱਡ-ਅੱਡ ਸਟੇਟਸ ਬਣਾਉਣ ਦੀ ਲੋੜ ਹੈ, ਜਿਹੜੀਆਂ ਹੁਣ ਤੱਕ ਇਕੱਠਾ ਪੰਜਾਬ ਬਣਾਇਆ ਹੋਇਆ ਹੈ ਉਸ ਤੋਂ ਅਲੱਗ-ਅਲੱਗ ਬਣਾਉਣ ਦੀ ਜ਼ਰੂਰਤ ਹੈ। ਅਤੇ ਉਸ ਤੋਂ ਇਲਾਵਾ ਜਿਹੜੇ ਕੁਛ ਪਹਾੜੀ ਏਰੀਆਜ਼ ਨੇ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਨੂੰ ਦੇਣ ਦੀ ਜ਼ਰੂਰਤ ਹੈ। ਅਤੇ ਇਸ ਤਰੀਕੇ ਨਾਲ ਪੰਜਾਬ ਰੀਆਰਗਨਾਈਜੇਸ਼ਨ ਐਕਟ ਪਾਸ ਹੋਇਆ ਇਨ 1966। ਇਹਨੂੰ ਯਾਦ ਰੱਖਣਾ ਹੈ, ਪੰਜਾਬ ਰੀਆਰਗਨਾਈਜੇਸ਼ਨ ਐਕਟ ਇਨ 1966 ਅਤੇ ਪਾਸ ਹੋਇਆ ਇਹ 18 ਸਤੰਬਰ ਨੂੰ ਲੋਕ ਸਭਾ ਦੇ ਵਿੱਚ। ਅਤੇ ਜਿਵੇਂ ਲੋਕ ਸਭਾ ਦੇ ਵਿੱਚ ਇਹ ਪਾਸ ਹੋਇਆ ਤਾਂ 1 ਨਵੰਬਰ 1966 ਨੂੰ ਇੱਕ ਪੰਜਾਬੀ ਸਪੀਕਿੰਗ ਸਟੇਟ ਬਣਾ ਦਿੱਤੀ ਗਈ ਪੰਜਾਬ, ਜਿਹੜਾ ਅੱਜ ਮਾਡਰਨ ਫਾਰਮ ਹੈ ਪੰਜਾਬ ਦੀ, ਇਹ 1966 ਦੇ ਵਿੱਚ ਆਈ ਹੈ। 1 ਨਵੰਬਰ 1966 ਨੂੰ ਨਿਊ ਪੰਜਾਬ ਡੇ ਸੈਲੀਬਰੇਟ ਕੀਤਾ ਜਾਂਦਾ ਪੰਜਾਬ ਦੇ ਵਿੱਚ।
ਤਾਂ ਕਿ ਜਿਹੜੀ ਨਵੀਂ ਪੰਜਾਬ ਦੀ ਸਟੇਟ ਬਣੀ ਹੈ ਉਸ ਦੇ ਵਿੱਚ ਜੋ ਉਹਨਾਂ ਦੀਆਂ ਡਿਮਾਂਡ ਸੀ ਉਹ ਸਾਰੀਆਂ ਪੂਰੀਆਂ ਹੋ ਸਕਣ। ਤਾਂ ਨਿਊ ਪੰਜਾਬ ਡੇ ਇਜ਼ ਔਨ 1 ਨਵੰਬਰ 1966, 1 ਨਵੰਬਰ 1966। ਤਾਂ ਉਸ ਤੋਂ ਇਲਾਵਾ ਵਾਰਸ ਹੋਈਆਂ, ਉਹਨਾਂ ਵਿੱਚ ਪੰਜਾਬੀਆਂ ਦਾ ਰੋਲ ਬਹੁਤ ਇੰਪੋਰਟੈਂਟ ਹੈ। ਸਿੱਖ ਜਿਹੜੀਆਂ ਕੰਟਿੰਜੈਂਟ ਸੀ ਉਹਨਾਂ ਦਾ ਰੋਲ ਬਹੁਤ ਇੰਪੋਰਟੈਂਟ ਹੈ। ਦੋਨਾਂ ਦੇ ਵਿੱਚੋਂ ਕੁਐਸਚਨਸ ਆਉਣ ਦੀ ਪ੍ਰੋਬੇਬਿਲਿਟੀ ਬਹੁਤ ਘੱਟ ਹੈ, ਤਾਂ ਆਪਾਂ ਫੋਕਸ ਉਹਨਾਂ ਏਰੀਆਸ 'ਤੇ ਕਰਦੇ ਹਾਂ ਜਿਨ੍ਹਾਂ ਤੋਂ ਕੁਐਸਚਨਸ ਆਉਣ ਦੀ ਪ੍ਰੋਬੇਬਿਲਿਟੀ ਹੈ ਤਾਂ ਜਿਹੜੀਆਂ ਬਹੁਤ ਇੰਪੋਰਟੈਂਟ ਇਵੈਂਟ ਨੇ। ਦੈਨ ਗੱਲ ਕਰੀਏ ਆਪਾਂ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਦੀ, ਤਾਂ ਕੁਛ ਡਿਮਾਂਡਸ ਹਲੇ ਵੀ ਅਨਮੈਟ ਸੀ ਜਿਨ੍ਹਾਂ ਕਰਕੇ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਆਇਆ। ਇਹ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਕੀ ਹੈ ਕਿ ਕੁਛ ਡਿਮਾਂਡਸ ਦੀ ਲਿਸਟ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਇਨ 1973, 1973 ਦੇ ਵਿੱਚ। ਅਤੇ ਇਸ ਦੇ ਵਿੱਚ ਡਿਮਾਂਡ ਕੀ ਕੀਤਾ ਗਿਆ ਸੀ, ਇਹਦੇ ਵਿੱਚ ਦੋਨੋਂ ਤਰ੍ਹਾਂ ਦੀ ਡਿਮਾਂਡ ਸੀ, ਰਿਲੀਜੀਅਸ ਅਤੇ ਪੋਲੀਟੀਕਲ। ਰਿਲੀਜੀਅਸ ਡਿਮਾਂਡਸ ਵੀ ਸੀ ਕੁਛ ਧਰਮ ਰਿਲੇਟਿਡ, ਅਤੇ ਕੁਛ ਪੋਲੀਟੀਕਲ ਡਿਮਾਂਡਸ ਵੀ ਸੀ, ਕੁਛ ਰਾਈਟਸ ਰਿਲੇਟਿਡ ਡਿਮਾਂਡਸ ਵੀ ਸੀ। ਅਤੇ ਹੋਇਆ ਅਨੰਦਪੁਰ ਸਾਹਿਬ ਦੇ ਵਿੱਚ ਇਹ ਮੀਟਿੰਗ ਹੋਈ ਸੀ, ਤਾਂ ਇਹਨੂੰ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਕਿਹਾ ਜਾਂਦਾ ਹੈ। ਇਟ ਡਿਮਾਂਡਡ ਦੈਟ ਪਾਵਰ ਕੈਨ ਬੀ ਜਨਰਲੀ ਡਿਵੋਲਵਡ ਫਰੋਮ ਦੀ ਸੈਂਟਰ ਟੂ ਸਟੇਟ। ਡਿਵੋਲਵਡ ਦਾ ਮਤਲਬ ਹੁੰਦਾ ਹੈ ਕਿ ਆਪਣੀਆਂ ਪਾਵਰਸ ਕਿਸੇ ਹੋਰ ਨੂੰ ਦੇ ਦੇਣਾ, ਲਾਈਕ ਸੈਂਟਰ ਤੋਂ ਸਟੇਟਸ ਨੂੰ ਪਾਵਰਸ ਮਿਲ ਜਾਣਾ ਨੂੰ ਪਾਵਰ ਡੈਵੋਲਿਊਸ਼ਨ ਕਹਿੰਦੇ ਨੇ। ਤਾਂ ਪੰਜਾਬ ਚਾਹੁੰਦਾ ਸੀ ਕਿ ਪੰਜਾਬ ਨੂੰ ਜ਼ਿਆਦਾ ਆਟੋਨਮੀ ਮਿਲੇ, ਜ਼ਿਆਦਾ ਇੰਡੀਪੈਂਡੈਂਸ ਮਿਲੇ, ਤਾਂ ਉਸੇ ਕਰਕੇ ਡਿਮਾਂਡਸ ਰੱਖੀਆਂ ਗਈਆਂ ਅਤੇ ਸੈਂਟਰ ਦੀਆਂ ਬਹੁਤ ਸਾਰੀਆਂ ਪਾਵਰਸ ਉਹ ਪੰਜਾਬ ਨੂੰ ਸ਼ਿਫਟ ਕਰ ਦਿੱਤੀਆਂ ਜਾਣ। ਤਾਂ ਕਿਹੜੀਆਂ ਮੇਜਰ ਡਿਮਾਂਡਸ ਸੀ ਇਹਦੇ ਅੰਦਰ, ਲਾਈਕਵਾਈਜ਼ ਰਿਟਰਨ ਆਫ ਚੰਡੀਗੜ੍ਹ ਐਜ਼ ਅ ਪਾਰਟ ਆਫ ਪੰਜਾਬ। ਜਦੋਂ ਪੰਜਾਬ ਅਤੇ ਹਰਿਆਣਾ ਬਣਾਏ ਗਏ ਤਾਂ ਇਹਨਾਂ ਦੀ ਕਾਮਨ ਕੈਪੀਟਲ ਬਣਾ ਦਿੱਤੀ ਗਈ ਚੰਡੀਗੜ੍ਹ। ਚੰਡੀਗੜ੍ਹ ਪੰਜਾਬ ਦੇ ਬਿਲਕੁਲ ਵਿੱਚ ਆਉਂਦਾ ਹੈ। ਜੇ ਤੁਸੀਂ ਮੋਹਾਲੀ ਦਾ ਮੈਪ ਦੇਖੋ ਤਾਂ ਮੋਹਾਲੀ ਦੇ ਵਿੱਚ ਹੀ ਆਉਂਦਾ ਅਰਾਊਂਡ ਚੰਡੀਗੜ੍ਹ, ਬਟ ਫਿਰ ਵੀ ਚੰਡੀਗੜ੍ਹ ਨੂੰ ਸ਼ੇਅਰਡ ਕੈਪੀਟਲ ਬਣਾ ਦਿੱਤਾ ਗਿਆ ਪੰਜਾਬ ਅਤੇ ਹਰਿਆਣਾ ਦੀ। ਤਾਂ ਉਹਨਾਂ ਦੀ ਡਿਮਾਂਡ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਦੈਨ ਅਨਦਰ ਡਿਮਾਂਡ ਸੀ ਕਾਸਟਿਜ਼ਮ ਨੂੰ ਰਿਮੂਵ ਕਰਨਾ। ਲਾਈਕ ਆਪਾਂ ਸਿੱਖ ਧਰਮ ਬਾਰੇ ਪੜ੍ਹਦੇ ਹਾਂ ਜਦੋਂ ਵੀ, ਆਪਾਂ ਸਟਾਰਟਿੰਗ ਤੋਂ ਜਿਵੇਂ ਡਿਸਕਸ ਕਰਦੇ ਆ ਰਹੇ ਹਾਂ ਕਿ ਕਾਸਟਿਜ਼ਮ ਨੂੰ ਖ਼ਤਮ ਕਰਨ ਲਈ ਸਿੱਖੀਜ਼ਮ ਨੂੰ ਕ੍ਰੀਏਟ ਕੀਤਾ ਗਿਆ ਸੀ, ਪਰ ਇੰਡੀਆ ਦੇ ਕਾਨੂੰਨਾਂ ਮੁਤਾਬਿਕ ਕਾਸਟਿਜ਼ਮ ਨੂੰ ਖ਼ਤਮ ਹੋਣ ਨੂੰ ਬਹੁਤ ਟਾਈਮ ਲੱਗਣਾ ਸੀ। ਤਾਂ ਉਹਨਾਂ ਦਾ ਵਿਚਾਰ ਸੀ, ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਦੀ ਡਿਮਾਂਡ ਸੀ ਕਿ ਕਾਸਟਿਜ਼ਮ ਨੂੰ ਟੋਟਲੀ ਐਂਡ ਕਰ ਦਿੱਤਾ ਜਾਵੇ, ਕਿ ਕਾਸਟ ਦਾ ਨਾਮ ਹੀ ਖ਼ਤਮ ਕਰ ਦਿੱਤਾ ਜਾਵੇ। ਦੈਨ ਹੈਲਪ ਦੀ ਫਾਰਮਰਸ ਬਾਏ ਰਿਸਟ੍ਰਿਕਟਿੰਗ ਦੀ ਟੈਕਸ ਸਟ੍ਰੈਟੇਜੀ ਸਪੈਸ਼ਲੀ ਔਨ ਐਗਰੀਕਲਚਰਲ ਟੈਕਸ। ਤਾਂ ਕਹਿੰਦੇ ਕਿਸਾਨਾਂ ਦੀ ਹਾਲਤ ਨੂੰ ਵਧੀਆ ਬਣਾਉਣ ਲਈ ਉਹਨਾਂ ਦਾ ਐਗਰੀਕਲਚਰ ਟੈਕਸ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ ਜਾਵੇ, ਅਤੇ ਹੋਰ ਵੀ ਟੈਕਸ ਸਟ੍ਰੈਟੇਜੀਜ਼ ਦੇ ਵਿੱਚ ਚੇਂਜ ਕੀਤੀਆਂ ਜਾਣ ਤਾਂ ਕਿ ਕਿਸਾਨਾਂ ਉੱਤੇ ਜ਼ਿਆਦਾ ਟੈਕਸ ਦਾ ਭਾਰ ਨਾ ਆਵੇ। ਪੰਜਾਬੀ ਟੂ ਬੀ ਫਸਟ ਲੈਂਗੁਏਜ ਇਨ ਪੰਜਾਬ ਐਂਡ ਸ਼ੁੱਡ ਬੀ ਗਿਵਨ ਇੰਪੋਰਟੈਂਸ ਇਨ ਨੇਬਰਿੰਗ ਸਟੇਟਸ। ਤਾਂ ਕਿਉਂਕਿ ਪੰਜਾਬ ਦੇ ਲੋਕ ਸਿਰਫ ਪੰਜਾਬ ਦੇ ਵਿੱਚ ਨਹੀਂ ਰਹਿੰਦੇ, ਪੰਜਾਬੀ ਬੋਲਣ ਵਾਲੇ ਲੋਕ ਹਰਿਆਣਾ, ਰਾਜਸਥਾਨ ਵਰਗੇ ਏਰੀਆਜ਼ ਦੇ ਵਿੱਚ ਵੀ ਰਹਿੰਦੇ ਨੇ। ਤਾਂ ਡਿਮਾਂਡ ਰੱਖੀ ਗਈ ਕਿ ਜਿਹੜੇ ਪੰਜਾਬੀ ਹੈ ਉਹਨੂੰ ਪੰਜਾਬ ਦੀ ਪਹਿਲੀ ਲੈਂਗੁਏਜ ਤਾਂ ਰੱਖਣ ਦੇ ਨਾਲ ਨਾਲ ਜਿਹੜੀਆਂ ਨਾਲ ਦੀਆਂ ਸਟੇਟਸ ਨੇ ਲਾਈਕ ਹਰਿਆਣਾ, ਰਾਜਸਥਾਨ, ਉੱਥੇ ਵੀ ਇਹਨਾਂ ਨੂੰ ਇੱਕ ਆਫੀਸ਼ੀਅਲ ਲੈਂਗੁਏਜ ਦੀ ਮਨਜ਼ੂਰੀ ਦਿੱਤੀ ਜਾਵੇ। ਟੂ ਰਿਕੋਗਨਾਈਜ਼ ਸਿੱਖੀਜ਼ਮ ਐਜ਼ ਅ ਸੈਪਰੇਟ ਫੇਥ ਇਨ ਦੀ ਇੰਡੀਅਨ ਕੌਂਸਟੀਟਿਊਸ਼ਨ, ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਸਿੱਖੀਜ਼ਮ ਹੈ ਉਹਨੂੰ ਇੱਕ ਅਲੱਗ ਧਰਮ ਦੀ ਸਥਾਨ ਦਿੱਤਾ ਜਾਵੇ। ਟੂ ਹੈਲਪ ਕਸ਼ਮੀਰੀ ਮਾਈਗਰੈਂਟਸ, ਤਾਂ ਉਸ ਟਾਈਮ ਕੁਛ ਕਸ਼ਮੀਰ ਦੇ ਇਸ਼ੂਜ਼ ਆ ਗਏ ਸੀ, ਤਾਂ ਜਿਹੜੇ ਉੱਥੋਂ ਦੇ ਮਾਈਗਰੈਂਟ ਸੀ ਉਹਨਾਂ ਨੂੰ ਵੀ ਹੈਲਪ ਕਰਨ ਦਾ ਡਿਮਾਂਡ ਰੱਖੀ ਗਈ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਦੇ ਵਿੱਚ। ਤਾਂ ਦੇਖੋ ਦੋਸਤੋ, ਇੰਪੋਰਟੈਂਟ ਇਵੈਂਟ ਇਹੀ ਸੀ ਜਿਨ੍ਹਾਂ ਵਿੱਚੋਂ ਕੋਈ ਨਾ ਕੋਈ ਕੁਐਸਚਨ ਪੁੱਛਿਆ ਜਾ ਸਕਦਾ ਹੈ, ਪਰ ਹੋਰ ਵੀ ਇਵੈਂਟ ਨੇ ਜਿਵੇਂ ਅਟੈਕ ਔਨ ਗੋਲਡਨ ਟੈਂਪਲ ਜਾਂ ਫਿਰ ਉਸ ਤੋਂ ਬਾਅਦ ਰਾਜੀਵ ਲੌਂਗੋਵਾਲ ਅਕੋਰਡ। ਤਾਂ ਇਹਨਾਂ ਚੀਜ਼ਾਂ ਉੱਤੇ ਕੁਐਸਚਨਸ ਜਿਵੇਂ ਪੰਜਾਬ PCS ਹੈ, ਪ੍ਰੀ ਮੇਨਸ ਜਾਂ ਕੋਈ ਵੀ ਹੋਰ ਪੇਪਰ ਨੇ ਪੰਜਾਬ ਦੇ, ਉਹਨਾਂ ਦੇ ਵਿੱਚ ਇਹ ਕੁਐਸਚਨ ਨਹੀਂ ਪੁੱਛੇ ਜਾਣਗੇ ਇਹਨਾਂ ਟੌਪਿਕਸ ਦੇ ਵਿੱਚੋਂ। ਹਾਂ, ਜੇ ਤੁਸੀਂ ਇੰਟਰਵਿਊ ਲਈ ਪ੍ਰੀਪੇਅਰ ਕਰ ਰਹੇ ਹੋ ਪੰਜਾਬ ਦੀ, ਤਾਂ ਉਹ ਚੀਜ਼ਾਂ ਤੁਹਾਨੂੰ ਪ੍ਰੀਪੇਅਰ ਕਰਨੀਆਂ ਜ਼ਰੂਰੀ ਨੇ। ਉਸ ਤੋਂ ਪਹਿਲਾਂ ਤੱਕ ਇੰਨਾ ਪੋਰਸ਼ਨ ਬਹੁਤ ਹੈ ਪੰਜਾਬ ਦੀ ਇੰਡੀਪੈਂਡੈਂਟ ਹਿਸਟਰੀ ਦੇ ਹਿਸਾਬ ਨਾਲ। ਧੰਨਵਾਦ ਦੋਸਤੋ।